ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਲੋਇਣ ਲੋਈ ਡਿਠ, ਪਿਆਸ ਨਾ ਬੁਝੈ ਮੂੰਹ ਘਣੀ। ਨਾਨਕ ਸੇ ਅਖੜੀਆਂ ਬਿਆਨ, ਜਿਨੀ ਡਿਸੰਦੋ ਮਾਪਿਰੀ। ਲੋਇਣ ਲੋਈ ਡਿਠ, ਪਿਆਸ ਨਾ ਬੁਝੈ ਮੂੰਹ ਘਣੀ। ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਾਪਿਰੀ। ਸ਼ੰਤ ਜਿਨੀ ਹਰ ਪ੍ਰਭ ਡਿਠਾ, ਤਿਨ ਕੁਰਬਾਣੇ ਰਾਮ। ਸੇ ਸਾਚੀ ਦਰਗਹਿ ਭਾਣੇ ਰਾਮ। ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇਤੀ ਰੰਗ ਰਾਤੇ। ਹਰ ਰਸਹਿ ਅਗਾਏ ਸਹਿਜ ਸਮਾਏ, ਘਟ ਘਟ ਰਮਈਆ ਜਾਤੇ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ। ਕਹੋ ਨਾਨਕ ਜਿਨ ਹਰ ਪ੍ਰਭ ਡਿਠਾ, ਤਿਨ ਕੈ ਸਦ ਕੁਰਬਾਣੇ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ। ਕਹੋ ਨਾਨਕ ਜਿਨ ਹਰ ਪ੍ਰਭ ਡਿਠਾ, ਤਿਨ ਕੈ ਸਦ ਕੁਰਬਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕੀਤੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੋਲ੍ਹਿਆ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਏ। ਕਰਤਾ ਪੁਰਖ ਦੀ ਵਡਿਆਈ ਦਾ
ਤੇ ਸਾਨੂੰ ਮਹਾਰਾਜ ਨੇ ਅੱਜ ਦੱਸਿਆ ਕਿ ਭਾਈ ਤੁਸੀਂ ਇੱਧਰ ਉੱਧਰ ਭਟਕਣ ਦੀ ਬਜਾਏ ਕਰਤਾ ਪੁਰਖ ਦੇ ਪਿਆਰ 'ਚ ਟਿਕ ਜਾਓ, ਕਿਉਂਕਿ ਕਰਤਾ ਪੁਰਖ ਦੀ ਵਡਿਆਈ ਇੰਨੀ ਵੱਡੀ ਹੈ, ਅੱਜ ਤੱਕ ਵੱਡੇ ਤੋਂ ਵੱਡਾ ਗਿਆਨੀ ਧਿਆਨੀ ਵੀ ਉਹਨਾਂ ਦੇ ਬਾਬਤ ਕੁਝ ਨਹੀਂ ਜਾਣ ਪਾਇਆ। ਇਸ ਪਾਵਨ ਸ਼ਬਦ ਜੋ ਸ਼੍ਰੀਮੁਖ ਵਾਕ 'ਚ ਅੱਜ ਮਿਲੇ ਨੇ, ਕੁਝ ਨਾਂ ਵਰਤੇ ਨੇ ਜਿਹੜੇ ਭਾਰਤੀ ਦਰਸ਼ਨ ਦੇ ਪੌਰਾਣਿਕ ਗਾਥਾਵਾਂ ਦੇ ਵਿੱਚ ਵੱਡੇ ਵੱਡੇ ਨਾਮ ਨੇ। ਸਨਕ, ਸਨੰਦ, ਮਹੇਸ਼, ਸਮਾਨਾ। ਇਹ ਸਨਕ, ਸਨੰਦਨ, ਸਨਤ ਤੇ ਸਨਾਤਨ ਕੁਮਾਰ, ਇਹ ਚਾਰ ਭਰਾ ਨੇ, ਬ੍ਰਹਮਾ ਦੇ ਪੁੱਤਰ ਨੇ। ਇਹ ਬ੍ਰਹਮਾ ਦੇ ਪੁੱਤਰ ਚਾਰੇ ਭਰਾ ਕਹਿੰਦੇ ਨੇ ਬੜੇ ਵੱਡੇ ਗਿਆਨੀ ਧਿਆਨੀ ਹੋਏ ਨੇ, ਬੜੇ ਵੱਡੇ ਉਪਾਸਨਾ ਤੇ ਵੇਦ ਪਾਠੀ ਹੋਏ ਨੇ, ਪਰ ਕਰਤਾ ਪੁਰਖ ਦੇ ਬਾਰੇ ਕੁਝ ਜਾਣਕਾਰੀ ਗਿਆਨ ਕਹਿ ਸਕੇ ਹੁਣ ਐਸਾ ਨਹੀਂ ਹੈ। ਮਹੇਸ਼ ਸ਼ਿਵ ਜੀ ਨੂੰ ਕਹਿੰਦੇ ਨੇ, ਬੜਾ ਵੱਡੇ ਧਿਆਨੀ ਮੰਨੇ ਜਾਂਦੇ ਨੇ, ਸਮਾਧੀ ਵਾਲੇ ਨੇ। ਸਮਾਧੀ ਲਾ ਕੇ ਵੀ ਪਰਮਾਤਮਾ ਦੇ ਬਾਰੇ ਨਹੀਂ ਪਤਾ ਲੱਗਾ। ਪਰਮਾਤਮਾ ਨੂੰ ਵਿਸ਼ਨੂੰ ਰੂਪ 'ਚ ਵੀ ਕਿਹਾ ਜਾਂਦਾ ਤੇ ਕਹਿੰਦੇ ਕਮਲਾਪਤ ਕਮਲਾ ਨਹੀਂ ਜਾਣਾ। ਹਨੂਮਾਨ, ਗਰੁੜ, ਇਹ ਨਾਂ ਵਰਤੇ ਨਹੀਂ ਮਹਾਰਾਜ ਨੇ ਅੱਜ। ਜਿਵੇਂ ਹਨੂਮਾਨ ਆਪਣੇ ਮਾਲਕ ਰਾਮ ਦੇ ਬਾਰੇ ਕੁਝ ਨਹੀਂ ਜਾਣ ਪਾਏ, ਗਰੁੜ ਆਪਣੇ ਵਿਸ਼ਨੂੰ ਦੇ ਬਾਰੇ ਨਹੀਂ ਜਾਣਦੇ। ਭਾਵ ਕਰਤਾ ਪੁਰਖ ਦੇ ਬਾਰੇ ਵੱਡੇ ਵੱਡੇ ਨਾਮੀ ਗਿਆਨੀ ਧਿਆਨੀ ਜਪੀ ਨਹੀਂ ਜਾਣ ਪਾਏ। ਭਾਵੇਂ ਨਹੀਂ ਕਿ ਜਾਣਦੇ ਨਹੀਂ, ਸਮਝ ਨਹੀਂ ਪਾਏ ਉਹਦੀ ਵਡਿਆਈ ਕਿੰਨੀ ਵੱਡੀ, ਕਿੰਨੇ ਬੇਅੰਤ ਨੇ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਬੇਅੰਤਤਾ ਦੇ ਰੂਪ 'ਚ ਜੋ ਵਰਤ ਰਹੀ ਹੈ, ਕਿੰਨੀ ਬੇਅੰਤ ਹੈ, ਇਹਦਾ ਅੰਦਾਜ਼ਾ ਕਿਸੇ ਕੋ ਨਹੀਂ। ਬਸ ਇੱਕ ਗੱਲ ਕਹਿਣੀ ਬਣਦੀ ਹੈ, ਅੰਤ ਨਯੰਤਾ ਸਦਾ ਬੇਅੰਤਾ ਕਉ ਨਾਨਕ ਊਚੋ ਊਚਾ। ਬਹੁਤ ਵੱਡੇ ਨੇ, ਬਹੁਤ ਉੱਚੇ ਨੇ। ਤੇ ਜੇ ਸਾਨੂੰ ਪਤਾ ਲੱਗ ਜਾਏ ਵੀ ਇੰਨੇ ਵੱਡੇ ਤੇ ਇੰਨੇ ਉੱਚੇ ਸਾਡੇ ਸਾਹਿਬ ਨੇ, ਫਿਰ ਅਸੀਂ ਇੱਧਰ ਉੱਧਰ ਕਾਹਨੂੰ ਭਟਕਣਾ ਭਾਈ। ਵੱਡੇ ਸਾਹਿਬ ਦੇ ਦਰ 'ਤੇ ਟਿਕ ਜਾਓ ਤੇ ਵੱਡੇ ਕੀਆਂ ਵਡਿਆਈਆਂ ਫਿਰ ਪ੍ਰਾਪਤ ਹੋਣ ਲੱਗ ਪੈਣਗੀਆਂ। ਬਸ ਯਤਨ ਕਰੀਏ ਉਸ ਵੱਡੇ ਸਾਹਿਬ ਦੀਆਂ, ਜਿਹਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ, ਉਹਦੇ ਦਰਸ਼ਨ ਕਰਨ ਦੀ ਚਾਹਤ ਹਰ ਜਿਗਿਆਸੂ ਦੇ ਵਿੱਚ ਹੁੰਦੀ ਹੈ। ਆ ਜਿਤਨੇ ਵੀ ਸਾਡੇ 'ਚ ਅਭਿਆਸੀ, ਆਪਾਂ ਸਤਸੰਗੀ ਕਹਿੰਦੇ ਹਾਂ, ਜਿਤਨੇ ਵੀ ਸਤਸੰਗੀ ਆਉਂਦੇ ਨੇ, ਜੇ ਪੁੱਛੀਏ ਕਿੱਧਰ ਚੱਲੇ ਹੋ ਤੇ ਕਹਿਣ ਲੱਗੇ ਗੁਰਦੁਆਰਾ ਸਾਹਿਬ ਚੱਲੇ ਹਾਂ। ਕਿਉਂ ਚੱਲੇ ਹੋ ਭਾਈ? ਦਰਸ਼ਨ ਕਰ ਆਈਏ, ਮਹਾਰਾਜ ਦੇ ਦਰਸ਼ਨ ਕਰ ਆਈਏ। ਵਾਪਸੀ ਜਾਂਦੇ ਤੋਂ ਪੁੱਛੀਏ ਭਾਈ ਕਿੱਧਰੋਂ ਆ ਰਹੇ ਹੋ, ਤੇ ਕੀ ਕਹਿੰਦਾ ਭਾਈ ਮਹਾਰਾਜ ਦੇ ਦਰਸ਼ਨ ਕਰਨ ਗਏ ਸੀ। ਮਹਾਰਾਜ ਦੇ ਦਰਸ਼ਨ ਦੀ ਇੱਕ ਐਸੀ ਗਹਿਰੀ ਕਲਾ ਹੈ ਜਿਸ ਦੀ ਵਿਆਖਿਆ ਤੇ ਹਰ ਪੱਧਰ ਤੇ ਅਲੱਗ ਹੋ ਜਾਏਗੀ, ਪਰ ਉਹ 'ਚ ਰਹੱਸ ਤੇ ਆਨੰਦ ਬੜਾ ਹੈ। ਸਾਡੇ 'ਚੋਂ ਹਰ ਕੋਈ ਜੀ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਹਰ ਕੋਈ ਜੀ ਕਹਿੰਦਾ ਮਹਾਰਾਜ ਮੈਨੂੰ ਵੀ ਦਰਸ਼ਨ ਹੋ ਜਾਣ। ਉਹਨਾਂ ਮਹਾਰਾਜ ਦੇ ਦਰਸ਼ਨਾਂ ਦੇ ਬਾਬਤ ਜੋ ਦਾਰਸ਼ਨਿਕ, ਜਿਹਨੂੰ ਫਿਲਾਸਫੀਕਲ ਕਹਿ ਦਿੰਦੇ ਆ, ਤੇ ਰੂਹਾਨੀ ਮੰਡਲ ਦੇ ਜੋ ਵਿਚਾਰ ਨੇ, ਉਹ ਸਾਨੂੰ ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਕਿਉਂਕਿ ਸਾਡੇ ਜਿਹੜੇ ਸੀ ਇੱਥੇ ਸਤਸੰਗਤ 'ਚ ਬੈਠਦੇ, ਬਾਣੀ ਪੜ੍ਹਦੇ, ਕਥਾ ਕੀਰਤਨ ਕਰਦੇ ਸੁਣਦੇ ਹਾਂ, ਤੇ ਜਿਹੜੇ ਸ੍ਰੇਸ਼ਟ ਮਨੁੱਖਾਂ ਦੀ, ਵਡੇਰੇ ਗੁਰਸਿੱਖਾਂ ਦੀ ਆਪਾਂ ਸੰਗਤ ਕਰ ਲਈ ਨੇ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਆ ਜੋ ਕੁਝ ਅਸੀਂ ਦੇਖ ਰਹੇ ਹਾਂ, ਇਹ ਸਾਰਾ ਸੰਸਾਰ ਅਸੀਂ ਦੇਖਦੇ ਹਾਂ। ਮਹਾਰਾਜ ਦੇ ਦਰਸ਼ਨ ਬੇਅੰਤ ਨੇ, ਤੇ ਅਸੀਂ ਵੀ ਮੰਨਦੇ ਹਾਂ ਕਿ ਸਾਨੂੰ ਸਿੱਧੇ ਤੌਰ 'ਤੇ ਮਹਾਰਾਜ ਦੇ ਦਰਸ਼ਨ ਹੋਏ ਨਹੀਂ। ਕੋਈ ਕੋਈ ਕਹਿੰਦਾ ਹੈ ਮਹਾਰਾਜ ਦੇ ਦਰਸ਼ਨ ਹੋਏ, ਕਿਸ ਰੂਪ ਵਿੱਚ ਹੋਏ, ਤੇ ਅਸੀਂ ਗਾਹੇ ਬਗਾਹੇ ਮੁੜ ਕੇ ਫਿਰ ਉਹੀ ਉਹਨਾਂ ਹੀ ਗਾਥਾਵਾਂ 'ਤੇ ਪਹੁੰਚਦੇ ਹਾਂ ਜੋ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਈਆਂ ਤੇ ਹਜ਼ੂਰ ਸਾਹਿਬ ਤੱਕ ਪੜ੍ਹਦੇ ਹਾਂ। ਫਿਰ ਸਾਨੂੰ ਦਰਸ਼ਨਾਂ ਲਈ ਉੱਥੇ ਹੀ ਜਾਣਾ ਪੈਂਦਾ ਹੈ। ਕੀ ਆਲੇ ਦੁਆਲੇ 'ਚੋਂ ਅੱਜ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਸਕਦੇ ਨੇ? ਇਹ ਤਰਕ ਵਾਲੇ ਪੜ੍ਹੇ ਲਿਖੇ, ਖਾਸ ਕਰਕੇ ਜਿਹੜੇ ਫਿਲਾਸਫੀ ਦੇ ਵਿਦਿਆਰਥੀ ਨੂੰ ਪੁੱਛਦੇ ਰਹਿੰਦੇ ਨੇ। ਅਕਸਰ ਦਾਰਸ਼ਨਿਕ ਵਿਦਿਆਰਥੀਆਂ ਦੇ ਨਾਲ ਸਾਂਝ ਬਣਦੀ ਹੈ
ਤੇ ਉਹ ਪੁੱਛਦੇ ਨੇ ਕਿ ਅੱਜ ਵੀ ਦਰਸ਼ਨ ਹੋ ਸਕਦੇ ਨੇ, ਕਿ ਪ੍ਰਮਾਤਮਾ ਦੇ ਅੱਜ ਵੀ ਦਰਸ਼ਨ ਹੋਣਗੇ। ਜੇ ਅਸੀਂ ਇਹ ਕਹਿੰਦੇ ਹਾਂ ਕਿ ਦੇਖੋ ਫਲਾਣੇ ਵਕਤ ਭਗਵਾਨ ਦੇ ਦਰਸ਼ਨ ਹੋਏ, ਉਹਦੇ ਦਰਸ਼ਨ ਹੋਏ, ਕਿ ਅੱਜ ਦੇ ਮਨੁੱਖਾਂ ਦੀ ਫਿਰ ਬਦਕਿਸਮਤੀ ਹੈ ਕਿ ਅੱਜ ਇਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਜਾਂ ਭਗਵਾਨ ਨੇ ਦਰਸ਼ਨ ਦੇਣਾ ਬੰਦ ਕਰ ਦਿੱਤੇ ਨੇ? ਤੇ ਜਵਾਬ ਕਦੇ ਕਦੇ ਔੜਦਾ ਨਹੀਂ ਸਾਨੂੰ, ਕਿਉਂਕਿ ਸਾਡੇ ਕੁਝ ਸਾਖੀਆਂ ਗਾਥਾਵਾਂ ਦੇ ਵਿੱਚ ਇੱਦਾਂ ਹੀ ਦੱਸਿਆ ਗਿਆ, ਭਾਈ ਉਦੋਂ ਇੱਦਾਂ ਦਰਸ਼ਨ ਹੋਏ। ਹੁਣ ਤੇ ਕੋਈ ਸਾਡੇ ਕੋਲ ਐਸਾ ਪ੍ਰਮਾਣ ਨਹੀਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਇਸ ਦੀ ਖੁਲਾਸਾ ਵਿਆਖਿਆ ਕਰ ਦਿੰਦੀ ਹੈ, ਦਰਸ਼ਨ ਕਿਸ ਤਰ੍ਹਾਂ ਹੁੰਦੇ ਨੇ। ਅੱਜ ਇਹੀ ਗੱਲਾਂ ਪ੍ਰਾਪਤ ਹੁੰਦੀਆਂ। ਮਹਾਰਾਜ ਦਾ ਪਿਆਰਾ ਜਿਹਾ ਸ਼ਲੋਕ ਜੋ ਅਸਾਂ ਹੁਣੇ ਪਾਠ ਦਰਸ਼ਨ ਦੇ ਰੂਪ ਵਿੱਚ ਦੇਖਿਆ ਹੋਵੇ, ਕਿਉਂਕਿ ਅਸੀਂ ਜਦੋਂ ਪਾਠ ਦਰਸ਼ਨ ਕਰਾਂਗੇ ਉਸ ਦਾ ਮਤਲਬ ਹੁੰਦਾ ਸ਼ਰਵਣ ਦਰਸ਼ਨ, ਕੰਨਾਂ ਦੇ ਰਾਹੀਂ ਉਹਦੇ ਦਰਸ਼ਨ ਕਰਨੇ। ਔਰ ਇਹ ਬੜਾ ਕਠਿਨ ਹੈ, ਕਿਉਂਕਿ ਅਸੀਂ ਤਾਂ ਕੇਵਲ ਦੇਖਣਾ ਜਾਣਦੇ ਹਾਂ। ਅਤੇ ਮਹਾਰਾਜ ਕਹਿਣਗੇ ਲੋਇਣ ਲੋਈ ਡਿੱਠ, ਬੜਾ ਪਿਆਰਾ ਜਿਹਾ ਬਚਨ, ਪੜ੍ਹਨ ਚੰਗਾ ਲੱਗਦਾ ਹੈ, ਪੁਰਾਣੀ ਸ਼ਬਦਾਵਲੀ ਹੈ, ਅੱਜ ਦੀ ਪੰਜਾਬੀ ਨਹੀਂ ਹੈ। ਲੋਇਣ ਲੋਈ ਡਿੱਠ, ਲੋਇਣ ਕਹਿੰਦੇ ਨੇ ਨੇਤਰਾਂ ਨੂੰ, ਅੱਖਾਂ ਨੂੰ। ਮਹਾਰਾਜ ਕਹਿੰਦੇ ਪਿਆਰਿਓ ਮੈਂ ਇਹਨਾਂ ਅੱਖਾਂ ਦੇ ਨਾਲ, ਲੋਈ ਕਹਿੰਦੇ ਨੇ ਦੁਨੀਆ ਨੂੰ, ਇਹਨਾਂ ਅੱਖਾਂ ਨਾਲ ਕੀ ਦੇਖਦੇ ਹਾਂ ਆਪਾਂ? ਦੁਨੀਆ ਦੇਖਦੇ ਹਾਂ। ਆਹ ਹੁਣ ਵੀ ਅਸੀਂ ਤੁਸੀਂ ਕੀ ਦੇਖ ਪਾ ਰਹੇ? ਦੁਨੀਆ 'ਚ ਦੇਖ ਰਹੇ। ਲੋਇਣ ਲੋਈ ਡਿੱਠ, ਇਹਨਾਂ ਨੇਤਰਾਂ ਦੇ ਨਾਲ, ਅੱਖਾਂ ਦੇ ਨਾਲ ਦੁਨੀਆ ਦੇਖੀ, ਪਰ ਕੀ ਦੁਨੀਆ ਦੇਖ ਕੇ ਰੱਜ ਗਏ ਹੋ? ਜੇ ਦਾਰਸ਼ਨਿਕ ਅਭਿਆਸੀਆਂ ਤੋਂ ਪੁੱਛੇ ਤਾਂ ਕਹਿੰਦੇ ਨੇ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨਾ ਫਿਰ ਤ੍ਰਿਪਤੀ ਮਿਲਦੀ ਹੈ, ਫਿਰ ਮਨੁੱਖ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ ਹੈ। ਪਰ ਕੀ ਅਸੀਂ ਦੁਨੀਆ ਦੇਖ ਕੇ ਰੱਜ ਗਏ? ਹੁਣ ਅਸੀਂ ਕਦੇ ਕਵਾਂਗੇ ਨਾ ਵੀ ਬਸ ਹੋਰ ਦੁਨੀਆ ਨਹੀਂ ਦੇਖਣੀ, ਬੜੀ ਦੇਖ ਲਈ। ਅਤੇ ਸ਼ਾਇਦ ਗੁਸਤਾਖੀ ਦੀ ਮਾਫੀ ਜੇ ਦੇ ਦਿਓ, ਕਿਸੇ 100 ਵਰ੍ਹਿਆਂ ਦੇ ਮਨੁੱਖ ਨੂੰ ਪੁੱਛੀਏ ਕਿ ਬਾਬਾ ਤੂੰ ਤਾਂ 100 ਸਾਲ ਦੁਨੀਆ ਦੇਖੀ, ਹੁਣ ਤੇ ਰੱਜ ਗਿਆ ਹੋਏਗਾ, ਬੜੀ ਦੁਨੀਆ ਦੇਖ ਲਈ ਹੋਣੀ ਆ। ਪਰ ਕਹੇਗਾ ਨਹੀਂ, ਹੁਣ ਤੇ ਸਮਝ ਆਈ ਹੈ ਦੇਖਣ ਦੀ, ਹੁਣ ਤੇ ਦਿਸਦਾ ਕੋਈ ਨਹੀਂ, ਇਸ ਕਰਕੇ ਭਾਈ ਮੇਰਾ ਚਸ਼ਮਾ ਬਦਲਵਾ ਦਿਓ। ਆਪਾਂ ਇੱਦਾਂ ਹੀ ਕਰਦੇ ਨਾ, ਜਿਉਂ-ਜਿਉਂ ਉਮਰਾਂ ਵੱਧਦੀਆਂ ਨੇ ਤਿਉਂ-ਤਿਉਂ ਚਸ਼ਮੇ ਦਾ ਨੰਬਰ ਬਦਲੀ ਜਾਂਦਾ। ਪਹਿਲਾਂ ਅਸੀਂ ਚਸ਼ਮਾ ਲਗਾਉਂਦੇ, ਫਿਰ ਨੰਬਰ ਬਦਲਦੇ ਹਾਂ, ਕਿਉਂਕਿ ਅਸੀਂ ਹੋਰ ਦੇਖਣਾ ਚਾਹੁੰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਬੜਾ ਪਿਆਰਾ ਬਚਨ, ਅੱਖੀਂ ਦੇਖ ਨਾ ਰੱਜੀਆਂ। ਅੱਜ ਤੱਕ ਕੋਈ ਮਨੁੱਖ ਐਸਾ ਨਹੀਂ ਹੋਇਆ ਜਿਹੜਾ ਇਹ ਕਹੇ ਕਿ ਦੇਖ ਬਾਈ ਮੈਂ ਦੁਨੀਆ ਦੇਖ ਲਈ, ਬਸ ਮੈਂ ਹੋਰ ਨਹੀਂ ਦੇਖਣਾ, ਕਿਉਂਕਿ ਦੁਨੀਆ ਦੇਖ ਕੇ ਕੋਈ ਰੱਜਿਆ ਨਹੀਂ ਜੀ। ਇਸੇ ਰਹੱਸ ਨੂੰ ਮਹਾਰਾਜ ਨੇ ਕਿਹਾ। ਪਰ ਕੀ ਐਸਾ ਵੀ ਕੋਈ ਹੈ ਸਾਖੀਆਂ 'ਚੋਂ ਕਿਤੇ ਐਸਾ ਕੋਈ ਪ੍ਰਮਾਣ ਦਰਸ਼ਨ ਮਿਲ ਜਾਏ ਵੀ ਜੋ ਕਹੇ ਕਿ ਬਸ ਹੋਰ ਨਹੀਂ ਦੇਖਣਾ? ਸ਼ਾਇਦ ਦੁਨੀਆ ਦੇ ਦਰਸ਼ਨ 'ਚੋਂ ਨਾ ਮਿਲੇ, ਪਰ ਭਗਤੀ ਦਰਸ਼ਨ 'ਚ 1-2 ਨਾਮ ਐਸੇ ਹੈਗੇ ਨੇ ਜਿਹੜੇ ਕਹਿੰਦੇ ਬਸ ਹੋਰ ਨਹੀਂ ਦੇਖਣਾ। ਸ਼ਲੋਕ ਦੀ ਤੁਕ ਫਿਰ ਪੜ੍ਹੀਏ, ਲੋਇਣ ਲੋਈ ਡਿੱਠ, ਇਹਨਾਂ ਨੇਤਰਾਂ ਦੇ ਨਾਲ ਦੁਨੀਆ ਦੇਖੀ, ਪਿਆਸ ਨਾ ਬੁਝੈ। ਪਰ ਦੁਨੀਆ ਦੇਖਣ ਦੇ ਨਾਲ ਪਿਆਸ ਨਹੀਂ ਬੁਝਦੀ, ਨਾ ਮੇਰੀ ਬੁਝੀ ਹੈ। ਮਹਾਰਾਜ ਕਿਉਂਕਿ ਇੱਕ ਦਾਰਸ਼ਨਿਕ ਵਿਆਖਿਆ ਕਰਦੇ ਨੇ, ਕਹਿੰਦੇ ਇੰਨੀ ਦੁਨੀਆ ਦੇਖੀ ਹੈ, ਅੱਜ ਤੱਕ ਦੁਨੀਆ ਦੇਖ ਦੇਖ ਕੇ ਮੇਰੀ ਅੱਖਾਂ ਦੀ ਪਿਆਸ ਨਹੀਂ ਬੁਝੀ। ਬਲਕਿ ਸਿਆਣੇ ਮੰਨਦੇ ਨੇ ਜਿਤਨਾ ਅਸੀਂ ਬਹੁਤਾ ਦੇਖਦੇ ਹਾਂ ਉਤਨੀ ਪਿਆਸ ਬਹੁਤੀ ਵੱਧ ਜਾਂਦੀ ਹੈ ਨੇਤਰਾਂ ਦੀ। ਹੋਰ ਕੀ ਹੈ, ਹੋਰ ਕੀ, ਪਰੇ ਕੀ ਹੈ? ਜਿਹਨੇ ਨਹੀਂ ਦੇਖਿਆ ਚਲੋ ਤੇ ਵਿਚਾਰਾ ਅੜਿਆ ਪਿਆ ਹੈ, ਪਰ ਜਿਸ ਨੇ 2-4 ਚੰਗੇ ਥਾਂ ਦੇਖ ਲਏ ਉਹ ਹੋਰ ਕਿਸੇ ਥਾਂ ਦੇ ਬਾਰੇ ਸੁਣਦਾ ਪੜ੍ਹਦਾ ਅਤੇ ਉੱਧਰ ਨੂੰ ਤੁਰ ਪੈਂਦਾ, ਉਹ ਹੋਰ ਅੱਗੇ ਚਲਾ ਜਾਂਦਾ। ਪਰ ਦੇਖੀ ਇਹ ਤੋਂ ਅੱਗੇ ਕੀ ਹੈ, ਫਿਰ ਪੁੱਛਣ ਲੱਗ ਪੈਂਦਾ ਜੀ ਤੋਂ ਅੱਗੇ ਕੀ ਹੈ? ਬਸ ਉਹ ਪਰੇ ਅੱਗੇ ਅੱਗੇ ਲੱਭਦਾ ਲੱਭਦਾ ਤੁਰਿਆ ਜਾਂਦਾ ਹੈ। ਪਿਆਸ ਨਾ ਬੁਝੈ, ਪਿਆਸ ਨਹੀਂ ਬੁਝੀ। ਮੂੰਹ ਘਣੀ, ਮੂੰਹ ਕਹਿੰਦੇ ਨੇ ਮੇਰੀ, ਘਾਣੀ ਕਹਿੰਦੇ ਨੇ ਜ਼ਿਆਦਾ। ਮੇਰੀ ਦੇਖਣ ਦੀ ਪਿਆਸ ਇਤਨੀ ਜ਼ਿਆਦਾ ਹੈ ਕਿ ਇਹਨਾਂ ਨੇਤਰਾਂ ਦੇ ਨਾਲ ਮੈਂ ਦੁਨੀਆ ਦੇਖੀ,
पर मेरी प्यास नहीं बुझी। फिर आपे जवाब देंदे ने, पता क्यों? कि जो देखण दी प्यास सी ਉਹ ਇਹਨਾਂ ਨੇਤਰਾਂ ਦੇ ਨਾਲ ਪੂਰੀ ਨਹੀਂ ਹੋਈ, ਨਾ ਹੋ ਸਕਦੀ ਹੈ। ਸਿਆਣੇ ਕਹਿੰਦੇ ਨੇ ਕਿ ਪਿਆਸ ਬੁਝਦੀ ਹੈ ਪ੍ਰਮਾਤਮਾ ਦੇ ਸਦਕੇ। ਨੇਤਰਾਂ ਦੀ ਪਿਆਸ ਬੁਝੇਗੀ ਪ੍ਰਮਾਤਮਾ ਦੇ ਸਦਕੇ, ਗੁਰੂ ਦੇ ਦਰਸ਼ਨ ਦੇ ਸਦਕੇ। ਅਤੇ ਮੈਨੂੰ ਤਾਂ ਇਹਨਾਂ ਨੇਤਰਾਂ ਦੇ ਨਾਲ ਰੱਬ ਦੇ ਦੀਦਾਰ ਹੋਏ ਨਹੀਂ। ਜਦੋਂ ਇਹਨਾਂ ਨੇਤਰਾਂ ਨਾਲ ਰੱਬ ਦੇ ਦੀਦਾਰ ਹੋਏ ਨਹੀਂ ਅਤੇ ਇਹਨਾਂ ਨੇਤਰਾਂ ਦੀ ਪਿਆਸ ਨਹੀਂ ਬੁਝੀ। ਬਾਬਾ ਫਿਰ ਉਹ ਨੇਤਰਾਂ ਕਿੱਦਾਂ ਦੇਖਿਆ ਹੈ? ਦਾਰਸ਼ਨਿਕ ਮੰਡਲ ਜਾ ਕੇ ਮਹਾਰਾਜ ਕੇ ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਹੁੰਦੀਆਂ ਨੇ। ਅੱਖੜੀਆਂ ਅੱਖਾਂ, ਬਿਆਨ ਦਾ ਮਤਲਬ ਹੈ ਹੋਰ, ਦੂਸਰੀਆਂ। ਨਾਨਕ ਜੀ ਕਹਿੰਦੇ ਨੇ ਮਹਾਰਾਜ ਪੰਚਮ ਪਾਤਸ਼ਾਹ ਜੀ ਕਿ ਭਾਈ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨੇ ਦਿਸੰਦੋ ਮਾਪੇਰੀ। ਜਿਨ੍ਹਾਂ ਨੇਤਰਾਂ ਦੇ ਨਾਲ ਭਗਤਾਂ ਨੇ ਆਪਣੇ ਪਰਮੇਸ਼ਵਰ ਜੀ ਦੇ ਦਰਸ਼ਨ ਕੀਤੇ, ਉਹ ਅੱਖਾਂ ਹੋਰ ਸਨ। ਅਤੇ ਫਿਰ ਅਸੀਂ ਲੱਭਣ ਤੁਰਦੇ ਹਾਂ ਕਿ ਮਨੁੱਖ ਦੀਆਂ ਅੱਖਾਂ ਹੋਰ ਵੀ ਹੈਗੀਆਂ। ਬਸ ਇੱਥੇ ਹੀ ਰਹੱਸ ਹੁੰਦਾ ਹੈ। ਜੋ ਅਧਿਆਤਮ ਦਾ ਰਹੱਸਵਾਦ ਹੈ ਨਾ, ਉਹ ਇਹਦੇ ਵਿੱਚ ਛੁਪੇ ਹੈ ਕਿ ਮਨੁੱਖ ਦੇ ਅਤੇ ਆਮ ਭਗਤ ਦੀਆਂ ਅੱਖਾਂ ਬਦਲ ਗਈਆਂ, ਜਾਂ ਭਗਤਾਂ ਦੇ ਕੋਲ ਅੱਖਾਂ ਵੱਖਰੀਆਂ ਨੇ, ਸਾਨੂੰ ਤਾਂ ਭਾਈ ਦੋ ਹੀ ਅੱਖਾਂ ਮਿਲੀਆਂ, ਕਿ ਭਗਤਾਂ ਦੀਆਂ ਬਹੁਤੀਆਂ ਅੱਖਾਂ ਨੇ। ਇਸੇ ਰਹੱਸ ਤੋਂ ਇੱਕ ਭਾਰਤੀ ਦਰਸ਼ਨ 'ਚ ਇੱਕ ਨਵਾਂ ਖਿਆਲ ਤੁਰਿਆ ਹੈ ਤੀਜੇ ਨੇਤਰ ਦਾ, ਵੀ ਸ਼ਾਇਦ ਕੋਈ ਤੀਜਾ ਨੇਤਰ ਹੁੰਦਾ ਹੋਵੇ, ਤੀਸਰੀ ਅੱਖ ਹੋਵੇ। ਸ਼ਿਵ ਦੇ ਬਾਬਤ ਲੋਕਾਂ ਆਰੰਭ ਕਰਤਾ, ਦੇਖੋ ਜਿਹਦਾ ਤੀਜਾ ਨੇਤਰ ਸੀ ਉਹ ਤੀਜੇ ਨੇਤਰ ਨੂੰ ਖੋਲ੍ਹਦਾ ਸੀ ਅਤੇ ਦੁਨੀਆ ਦਾ ਦੂਜਾ ਰੰਗ ਦੇਖਦਾ। ਸਾਡੇ ਮਨਾਂ 'ਚ ਵੀ ਚੱਲ ਪਿਆ। ਅੱਜ ਵੀ ਗਾਹੇ ਬਗਾਹੇ ਲੋਕ ਤੀਸਰਾ ਨੇਤਰ ਖੋਲ੍ਹਣ ਦੀਆਂ ਅੱਖਾਂ ਮੀਟ ਸਮਾਧੀਆਂ ਲਾ ਰਹੇ ਨੇ, ਪਰ ਕੀ ਕਦੇ ਕਿਸੇ ਦਾ ਤੀਜਾ ਨੇਤਰ ਦੇਖਿਆ ਜੇ? ਅਜੇ ਤੱਕ ਤਾਂ ਮਿਲਿਆ ਨਹੀਂ। ਇਸੇ ਕਰਕੇ ਗਿਆਨੀਆਂ ਨੇ ਫਿਰ ਦੱਸਿਆ ਕਿ ਭਾਈ ਤੀਜਾ ਨੇਤਰ ਗਿਆਨ ਹੁੰਦਾ ਹੈ। ਸਰੀਰ 'ਤੇ ਕੋਈ ਐਸਾ ਟਿਕਾਣਾ ਨਹੀਂ ਵੀ ਅਸੀਂ ਅੱਖਾਂ ਦੇ ਪ੍ਰਵੱਟਿਆਂ ਦੇ ਵਿਚਕਾਰ ਕਹੀਏ ਜੀ ਤੀਜੀ ਅੱਖ ਖੁੱਲ੍ਹ ਜਾਏਗੀ। ਨਾ ਭਾਈ, ਐਸਾ ਕਦੇ ਨਹੀਂ ਹੋਣਾ। ਫਿਜ਼ੀਕਲ ਸਰੀਰਕ ਰਚਨਾ ਦੇ ਵਿੱਚ ਐਸਾ ਸੰਭਵ ਨਹੀਂ ਹੈ। ਪਰ ਤੀਸਰੇ ਨੇਤਰ ਦਾ ਮਤਲਬ ਹੈ ਗਿਆਨ। ਗਿਆਨ ਵਿਦਿਆ ਨੂੰ, ਗਿਆਨ ਨੂੰ ਤੀਜਾ ਨੇਤਰ ਕਿਹਾ ਜਾਂਦਾ ਹੈ। ਇਹਦਾ ਮਤਲਬ ਹੈ ਕਿ ਪ੍ਰਮਾਤਮਾ ਦੇ ਦੀਦਾਰ ਵਾਸਤੇ ਫਿਰ ਗਿਆਨ ਚਾਹੀਦਾ। ਇਹਨਾਂ ਅੱਖਾਂ ਦੇ ਨਾਲ ਜੋ ਦੇਖਿਆ ਜਾਂਦਾ ਨਾ, ਇਹ ਰੂਪ ਦੇਖਿਆ ਜਾਂਦਾ। ਅੱਜ ਵੀ ਤੁਸੀਂ ਜੋ ਦੇਖਦੇ ਹਾਂ, ਅਸੀਂ ਗਿਆਨ ਨਹੀਂ ਦੇਖਦੇ, ਅਸੀਂ ਕੇਵਲ ਰੂਪ ਦੇਖਦੇ ਹਾਂ, ਅਤੇ ਰੂਪ ਦੇਖ ਕੇ ਭਰਮਿਤ ਹੋਈਦਾ। ਬੜੇ ਪਿਆਰੇ ਪਿਆਰੇ ਦਰਸ਼ਨ ਨੇ, ਗੁਰਬਾਣੀ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਪਤਾ ਲੱਗਦਾ ਹੈ ਕਿ ਇਹਨਾਂ ਅੱਖਾਂ ਨੇ ਤਾਂ ਬਹੁਤ ਵਾਰ ਮਨੁੱਖ ਨੂੰ ਧੋਖਾ ਦਿੱਤਾ। ਕਈਆਂ ਪਕਸ਼ੀਆਂ ਦਾ, ਪਸ਼ੂਆਂ ਦਾ ਜ਼ਿਕਰ ਕਰਕੇ ਮਹਾਰਾਜ ਨੇ ਸਾਨੂੰ ਉਦਾਹਰਣ ਦਿੱਤੇ ਨੇ ਕਿ ਭਾਈ ਆ ਬਾਹਰ ਜੰਗਲਾਂ 'ਚ ਜਾਈਏ ਅਤੇ ਕਈ ਲਾਲ ਰੰਗ ਦੇ ਫੁੱਲ ਖਿੜੇ ਹੁੰਦੇ ਨੇ। ਮਨੁੱਖ ਨੂੰ ਵੇਖ ਕੇ ਭੁਲੇਖਾ ਲੱਗਦਾ ਵੀ ਗੁਲਾਬ ਦਾ ਫੁੱਲ ਹੋਣਾ, ਅੱਗੇ ਜਾ ਕੇ ਪਤਾ ਲੱਗਦਾ ਨਹੀਂ, ਇਹ ਤਾਂ ਗੁਲਾਬ ਨਹੀਂ ਹੈ। ਬੜੇ ਸੁੰਦਰ ਫਲ ਅੱਗੇ ਹੁੰਦੇ ਨੇ, ਮਨੁੱਖ ਉੱਥੇ ਨੇੜੇ ਜਾ ਕੇ ਮੂੰਹ ਪਾ ਲੈਂਦਾ ਅਤੇ ਪਤਾ ਲੱਗਦਾ ਕੌੜਾ ਜ਼ਹਿਰੀਲਾ ਸੀ। ਅਸੀਂ ਦੇਖਿਆ ਨਾ, ਗੁਰਬਾਣੀ 'ਚ ਜ਼ਿਕਰ ਹੈ ਸਿੰਬਲ ਦੇ ਫੁੱਲ ਦਾ, ਬੜਾ ਲਾਲ ਸੁਰਖ ਫੁੱਲ ਹੁੰਦਾ ਅਤੇ ਪਕਸ਼ੀ ਸਮਝਦੇ ਨੇ ਕਿ ਭਾਈ ਬੜਾ ਸੁੰਦਰ ਹੋਇਆ ਅਤੇ ਰਸ ਭਰਿਆ ਵੀ ਹੋਵੇਗਾ, ਪਰ ਜਦੋਂ ਜਾ ਕੇ ਚੁੰਝ ਮਾਰਦੇ ਨੇ ਅਤੇ ਪਰੇਸ਼ਾਨ ਹੁੰਦੇ ਨੇ ਵਿਚਾਰੇ। ਆ ਇੱਕ ਕੌੜ ਕਰੇਲੇ ਦਾ ਜ਼ਿਕਰ ਤਾਂ ਅਸੀਂ ਆਮ ਪੜ੍ਹਿਆ, ਬੜਾ ਸੁੰਦਰ ਲੱਗਦਾ, ਲੇਕਿਨ ਤੋੜ ਕੇ ਕਿਸੇ ਮੂੰਹ 'ਚ ਪਾ ਲਿਆ ਅਤੇ ਕੌੜਾ ਹੁੰਦਾ ਨਹੀਂ, ਜ਼ਹਿਰੀਲਾ ਹੁੰਦਾ। ਜੋ ਦੇਖਿਆ ਜਾਂਦਾ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ, ਕਿਉਂਕਿ ਅੱਖਾਂ ਕੇਵਲ ਰੂਪ ਦੇਖਦੀਆਂ ਨੇ ਅਤੇ ਰੂਪ ਹਮੇਸ਼ਾ ਭੁਲੇਖਾ ਦਿੰਦਾ ਹੈ, ਰੂਪ ਸੱਤ ਨਹੀਂ ਦਿਖਾਉਂਦਾ। ਇਸੇ ਕਰਕੇ ਮਨੁੱਖ ਰੂਪ ਬਦਲਦਾ ਰਹਿੰਦਾ ਹੈ। ਇਸੇ ਕਰਕੇ ਮਨੁੱਖ ਸਦਾ ਹੀ ਭਰਮਿਤ ਅਤੇ ਭਰਮ ਦੇ ਵਿੱਚ ਜਿਉਂਦਾ ਹੈ। ਇਸੇ ਕਰਕੇ ਜਦੋਂ ਦੀ ਮਨੁੱਖ ਦੀ ਸੱਭਿਅਤਾ ਵਧੀ ਹੈ, ਮਨੁੱਖ ਆਪਣੇ ਰੂਪ ਨੂੰ ਬਦਲ ਰਿਹਾ ਹੈ। ਅੱਜ ਜਿਹਨੂੰ ਅੱਜ ਆਪਾਂ ਮੇਕਅਪ ਕਹਿੰਦੇ ਹਾਂ, ਕੀ ਹੈ? ਆਪਣੇ ਰੂਪ ਨੂੰ ਹੋਰ ਉੱਚਾ ਕਰ ਰਿਹਾ ਹੈ, ਇੱਕ ਟੋਨ ਹੋਰ ਵਧਾ ਰਿਹਾ ਹੈ, ਕਿਉਂਕਿ ਦੇਖਣ ਵਾਲਾ ਭਰਮ 'ਚ ਪਿਆ ਰਹੇਗਾ। ਬਸ ਇੰਨਾ ਹੀ ਫਰਕ ਹੈ, ਇੰਨਾ ਹੀ ਭੁਲੇਖਾ ਇਹਦਾ ਕਿ ਰੂਪ ਨੂੰ ਇੱਕ ਟੋਨ ਹੋਰ ਵਧਾ ਦਿੱਤਾ, ਹੋਰ ਸੋਹਣਾ ਕਰਤਾ, ਦੇਖਣ ਵਾਲਾ ਭੁਲੇਖੇ 'ਚ ਪਿਆ ਰਹਿ ਗਿਆ। ਪਰ ਅਸਲੀਅਤ ਤੇ ਪਦਘਟੀ, ਅਸਲੀਅਤ ਤੇ ਗਿਆਨ ਦੇ ਨਾਲ ਪਤਾ ਲੱਗਦੀ ਹੈ। ਇਸੇ ਕਰਕੇ ਜਿੱਥੇ ਗਿਆਨ ਦੀ ਗੱਲ ਹੁੰਦੀ ਹੈ,
ਉੱਥੇ ਰੂਪ ਦੀ ਗੱਲ ਨਹੀਂ ਹੁੰਦੀ। ਜਦੋਂ ਵੀ ਸੰਸਾਰ ਦੇ ਗਿਆਨੀਆਂ ਦੀ ਗੱਲ ਹੋਏਗੀ ਉੱਥੇ ਰੂਪ ਦੀ ਵਿਆਖਿਆ ਨਹੀਂ ਹੋਏਗੀ। ਅਸ਼ਟਾਵਕਰ ਗਿਆਨੀ ਮੰਨੇ ਜਾਂਦੇ ਨੇ, ਰੂਪਵਾਨ ਨਹੀਂ ਗੇ। ਬਾਕੀ ਹੋਰ ਕੋਈ ਰੂਪਵਾਨ ਹੋਣਗੇ ਪਰ ਜ਼ਰੂਰੀ ਨਹੀਂ ਕਿ ਉਹ ਗਿਆਨੀ ਹੋਣ। ਅੱਜ ਮਹਾਰਾਜ ਨੂੰ ਸਾਨੂੰ ਦਰਸ਼ਨ ਦਾ ਮਤਲਬ ਹੈ ਕਿ ਇਹ ਅੱਖਾਂ ਬਦਲੀਆਂ। ਕਿੱਦਾਂ ਬਦਲੀਆਂ? ਗਿਆਨ ਬਦਲਿਆ। ਪਰਮਾਤਮਾ ਦੇ ਬਾਰੇ ਅਤੇ ਸੰਸਾਰ ਦੇ ਬਾਰੇ ਜੋ ਕੁਝ ਅਸੀਂ ਹੁਣ ਤੱਕ ਗਿਆਨ ਦੁਨੀਆ ਤੋਂ ਕਲੈਕਟ ਕੀਤਾ ਹੈ, ਇਸ ਨੂੰ ਬਦਲ ਦਿਓ। ਪਰਮਾਤਮਾ ਦੇ ਬਾਰੇ ਜੋ ਕੁਝ ਅਸਾਂ ਗਿਆਨ ਲੋਕਾਂ ਤੋਂ ਸੁਣ ਕੇ ਇਕੱਠਾ ਕੀਤਾ, ਇਸ ਨੂੰ ਬਦਲ ਦਿਓ। ਰੱਬ ਦੇ ਬਾਰੇ ਵੀ ਗਿਆਨ ਜੋ ਦੁਨੀਆ ਨੇ ਦਿੱਤਾ ਬਦਲ ਦਿਓ, ਅਤੇ ਆਪਣੇ ਬਾਰੇ ਸੰਸਾਰ। ਅਤੇ ਫਿਰ ਕਿਹਦਾ ਗਿਆਨ ਲਈਏ? ਗੁਰੂ ਦਾ ਗਿਆਨ ਪ੍ਰਾਪਤ ਕਰੋ। ਜੋ ਦੁਨੀਆ ਦਾ ਗਿਆਨ ਲੈ ਕੇ ਬੈਠੇ ਹੋ ਅਧਿਆਤਮ 'ਚ ਪ੍ਰਵੇਸ਼ ਕਰਨ ਵਾਸਤੇ, ਉਸ ਨੂੰ ਬਦਲਣਾ ਪੈਣਾ ਹੈ, ਉਸ ਨੂੰ ਛੱਡਣਾ ਪੈਣਾ, ਅਤੇ ਜੋ ਗੁਰੂ ਗਿਆਨ ਦਿੰਦੇ ਨੇ ਉਸ ਨੂੰ ਗ੍ਰਹਿਣ ਕਰਨਾ ਪੈਣਾ। ਬਸ ਇਹੀ ਨੇਤਰਾਂ ਦਾ ਬਦਲਣਾ ਹੈ। ਜੋ ਹੁਣ ਤੱਕ ਅਸੀਂ ਜਾਣਕਾਰੀ ਕਲੈਕਟ ਕੀਤੀ ਛੱਡ ਦਿਓ। ਬੜਾ ਪਿਆਰਾ ਬਚਨ ਹੈ, ਆਪਣੇ ਪੜ੍ਹਿਆ ਹੋਣਾ, ਨਿਤਨੇਮੀ ਅਕਸਰ ਪੜ੍ਹਿਆ ਹੋਵੇਗਾ। ਇਹ ਨੇਤਰੋ ਮੇਰਿਓ, ਆਨੰਦ ਸਾਹਿਬ ਦਾ ਬਚਨ ਹੈ ਨਾ, ਬੜਾ ਸਰਲ ਵੀ ਹੈ। ਇਹ ਨੇਤਰੋ ਮੇਰਿਓ, ਇਹ ਅੱਖਾਂ ਨੂੰ ਸੰਬੋਧਨ ਕੀਤਾ। ਹਰ ਤੁਮ ਮਹਿ ਜੋਤ ਧਾਰੀ, ਪਰਮਾਤਮਾ ਨੇ ਤੁਹਾਡੇ ਵਿੱਚ ਜੋਤ ਰੱਖੀ ਹੈ। ਹਰ ਤੁਮ ਮਹਿ ਜੋਤ ਧਾਰੀ। ਫਿਰ ਨਾਲ ਇੱਕ ਹੁਕਮੀ, ਹਰ ਬਿਨ ਆਵਰਨ ਨਾ ਦੇਖੋ ਕੋਈ। ਪਰਮਾਤਮਾ ਨੇ ਤੁਹਾਡੇ ਵਿੱਚ ਦੇਖਣ ਦੀ ਸ਼ਕਤੀ, ਤਾਬ, ਜਿਹਨੂੰ ਆਪਾਂ ਜੋਤ ਕੇ ਰੱਖ ਦਿੱਤੀ ਹੈ। ਚੇਤਾ ਰੱਖਿਓ, ਫਿਰ ਰੱਬ ਤੋਂ ਬਿਨਾਂ ਕੋਈ ਦੇਖੋ ਨਹੀਂ। ਅਤੇ ਸਾਡੀਆਂ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਨੇ ਕਿ ਅੱਜ ਤੱਕ ਸਾਨੂੰ ਰੱਬ ਦਿਖਿਆ? ਅਤੇ ਜਵਾਬ ਹੈ ਤੇ ਨਹੀਂ। ਉਹ ਤੇ ਪੜ੍ਹਦੇ ਰੋਜ਼, ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ। ਫਿਰ ਕੁਐਸਚਨ ਮਾਰਕ ਲੱਗਦਾ, ਨਦਰੀ ਹਰ ਨਿਹਾਲਿਆ, ਕਿ ਇਹਨਾਂ ਨਜ਼ਰਾਂ ਦੇ ਨਾਲ ਰੱਬ ਦੇਖਿਆ ਹੀ? ਅਤੇ ਸਾਡਾ ਜਵਾਬ ਫਿਰ ਨਹੀਂ ਹੈ, ਭਈ ਮੈਨੂੰ ਤਾਂ ਨਜ਼ਰ ਨਹੀਂ ਆਇਆ, ਮੈਨੂੰ ਤਾਂ ਅਜੇ ਤੱਕ ਰੱਬ ਨਜ਼ਰ ਨਹੀਂ ਆਇਆ। ਕਿਸੇ ਨੂੰ ਵੀ ਨਹੀਂ ਨਜ਼ਰ ਆਇਆ ਹੋਣਾ। ਸ਼ਾਇਦ ਕੋਈ ਬੈਠਾ ਹੋਵੇ ਸਾਡੇ 'ਚੋਂ ਜਿਹੜਾ ਕਹੇ ਜੀ ਹਾਂ ਮੈਂ ਇਹਨਾਂ ਖੁੱਲ੍ਹੀਆਂ ਅੱਖਾਂ ਦੇ ਨਾਲ ਰੱਬ ਦੇਖਿਆ। ਅਸੀਂ ਨਹੀਂ ਦਾਅਵਾ ਕਰ ਪਾਵਾਂਗੇ। ਫਿਰ ਕੀ ਕਰੀਏ? ਮਹਾਰਾਜ ਕਹਿਣ ਲੱਗੇ, ਉਹ ਭਾਈ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੋ? ਅਸੀਂ ਕਹਾਂਗੇ ਹਾਂ ਦੇਖਦੇ ਹਾਂ ਜੀ, ਆਹ ਵਿਸ਼ਵ ਸੰਸਾਰ ਦੁਨੀਆ ਦੇਖਦੇ ਹਾਂ। ਮਹਾਰਾਜ ਕਹਿਣ ਲੱਗੇ, ਹਰ ਕਾ ਰੂਪ ਹੈ। ਤੂੰ ਤੇਰੀਆਂ ਅੱਖਾਂ ਸਿਰਫ ਰੂਪ ਦੇਖਦੀਆਂ ਨੇ ਨਾ, ਇਹ ਹਰ ਕਾ ਰੂਪ ਹੈ, ਇਹ ਪਰਮਾਤਮਾ ਦਾ ਰੂਪ ਹੈ। ਅਤੇ ਗਿਆਨੀ ਫਿਰ ਕਹੇਗਾ, ਮਹਾਰਾਜ ਰੂਪ ਦੇਖ ਕੇ ਤੇ ਭੁਲੇਖਾ ਅੱਗੇ ਪੈਂਦਾ ਸੀ, ਤੁਸੀਂ ਫਿਰ ਪਰਮਾਤਮਾ ਦੇ ਰੂਪ ਦੀ ਗੱਲ ਕਰਤੀ ਹੈ, ਫਿਰ ਭੁਲੇਖਾ ਪੈ ਜਾਏਗਾ। ਔਰ ਇਹੀ ਸੱਚ ਹੈ, ਇਹ ਹਰ ਕਾ ਰੂਪ ਹੈ, ਪਰ ਸਾਨੂੰ ਫਿਰ ਭੁਲੇਖਾ ਪੈ ਗਿਆ। ਅਸੀਂ ਇਸ ਨੂੰ ਸੰਸਾਰ ਦੇ ਰੂਪ ਨੂੰ ਦੇਖ ਕੇ ਫਿਰ ਕਹਿਣ ਲੱਗ ਪਏ, ਨਹੀਂ ਇਹ ਤਾਂ ਪਰਮਾਤਮਾ ਨਹੀਂ ਹੋ ਸਕਦਾ, ਕਿਉਂਕਿ ਸਾਹਮਣੇ ਜੋ ਬੰਦਾ ਮਿਲਦਾ ਹੈ ਉਹ ਤਾਂ ਮੇਰੇ ਮਨ ਮੁਤਾਬਕ ਨਹੀਂ ਹੁੰਦਾ। ਜਦੋਂ ਇਹ ਕਿਤੇ ਗੌਰ ਕਰਨਾ, ਅਧਿਆਤਮਿਕ ਮੰਡਲ ਦੀ ਗੱਲ ਹੈ, ਨਿਤਨੇਮ ਕਰਕੇ ਉੱਠੇ ਹੋ, ਇਹਨਾਂ ਪਾਵਨ ਬਾਣੀ ਦੀ ਵਿਚਾਰ ਮਨ ਨੂੰ ਅੰਦਰ ਚੱਲ ਪਈ ਹੈ। ਵਿਸ਼ਵ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਜ਼ਰ ਹੀ ਆਇਆ। ਇਹ ਖਿਆਲ ਅੰਦਰ ਟਿਕ ਗਿਆ, ਹਾਂਜੀ ਆ ਜੋ ਦੇਖਿਆ ਜਾ ਰਿਹਾ ਹਰਿ ਕਾ ਰੂਪ ਹੈ। ਮਹਾਰਾਜ ਕਹਿ ਰਹੇ ਨੇ, ਅੱਛਾ ਜੋ ਦੇਖਾਂਗੇ ਇਹ ਹਰ ਕਾ ਰੂਪ ਹੋਏਗਾ। ਬਾਹਰ ਆਏ ਕੋਈ ਮਨੁੱਖ ਮਿਲ ਗਿਆ, ਕੋਈ ਪਸ਼ੂ ਮਿਲ ਗਿਆ, ਕੋਈ ਪੰਛੀ ਮਿਲ ਗਿਆ, ਮਨ ਫੌਰਨ ਕਹੇਗਾ ਨਹੀਂ 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 ਨਹੀਂ, ਇਹ ਜੋ ਦੇਖਿਆ ਭੁਲੇਖੇ 'ਚ ਪੈ ਗਿਆ, ਇਹ ਹਰ ਕਾ ਰੂਪ ਨਹੀਂ ਹੈ ਭਾਈ, ਇਹ ਤਾਂ ਪਸ਼ੂ ਹੈ, ਇਹ ਤਾਂ ਪਕਸ਼ੀ ਹੈ। ਔਰ ਜਿਸ ਬੰਦੇ ਨੂੰ ਤੂੰ ਦੇਖ ਬੈਠਾ ਹੈ, ਇਹ ਬੰਦਾ ਵੀ ਰੱਬ ਨਹੀਂ ਹੈ, ਇਹ ਤਾਂ ਤੇਰਾ ਪੜੋਸੀ, ਤੈਨੂੰ ਪਤਾ ਇਹਦੇ ਬਾਰੇ ਸਾਰਾ, ਇਹਦੇ ਬਾਰੇ ਭੁਲੇਖਾ, ਫਿਰ ਭੁਲੇਖਾ ਪੈ ਗਿਆ, ਕਿਉਂਕਿ ਰੂਪ ਦੇਖਿਆ ਤਾਂ ਰੂਪ ਭੁਲੇਖਾ ਪੈਦਾ ਕਰਦਾ। ਫਿਰ ਕੀ ਕਰੀਏ? ਮਹਾਰਾਜ ਕਹਿਣ ਲੱਗੇ, ਫਿਰ ਨਹੀਂ ਸਮਝ ਆਈ ਤੇ ਅਗਲੇ ਪੜਾਵ 'ਤੇ ਚੱਲ। ਮਹਾਰਾਜ ਅਗਲਾ ਪੜਾਵ ਕੀ ਹੈ? ਕਹਿਣ ਲੱਗੇ ਸਤਿਗੁਰੂ ਮਿਲਿਆ। ਫਿਰ ਜਾ ਕੇ ਸਤਿਗੁਰੂ ਨੂੰ ਮਿਲ। ਅੱਛਾ ਸਤਿਗੁਰੂ ਕੋ ਆ ਗਏ, ਸਤਿਗੁਰੂ ਅੱਖਾਂ ਕੀ ਬਦਲ ਦੇਣਗੇ? ਆ ਡਾਕਟਰਾਂ ਕੋਲ ਜਾਂਦੇ ਹਾਂ ਅਸੀਂ, ਆ ਜਿਨ੍ਹਾਂ ਨੂੰ ਕਿਤੇ ਅੱਖਾਂ 'ਚ ਪ੍ਰੋਬਲਮ ਹੁੰਦੀ ਹੈ, ਤੁਸੀਂ ਅੱਖਾਂ ਦੇ ਡਾਕਟਰ ਕੋਲ ਜਾਂਦੇ ਆ ਅਤੇ ਜਾ ਕੇ ਕੀ ਕਰਨੇ ਜੀ, ਮੈਨੂੰ ਅੱਖਾਂ 'ਚ ਪ੍ਰੋਬਲਮ ਹੈ, ਦਿਸਤਾ ਨਹੀਂ, ਆਹ ਹੈ ਉਹ ਹੈ। ਕਿਉਂ? ਸਾਡੀ ਅੱਖਾਂ ਹੀ ਬਦਲ ਦਿੰਦਾ ਹੈ? ਨਹੀਂ, ਅੱਖਾਂ ਤਾਂ ਨਹੀਂ ਬਦਲਦਾ, ਕਦੇ ਕਦੇ ਹੁੰਦਾ ਹੈ। ਉਹ ਕੁਰਨੀਆਂ ਪੁਤਲੀ ਬਦਲ ਦਿੰਦਾ ਅੱਖ ਦੀ। ਇਹ ਕੁਰਨੀਆਂ ਪੁਤਲੀ ਤਾਂ ਇੱਕ ਬਲਬ ਵਾਂਗ ਹੁੰਦੀ ਹੈ, ਇੱਕ ਹੋਲਡਰ ਜੋ ਘੜੀ ਦੂਜੇ 'ਚ ਲਗਾ ਦਿੱਤੀ। ਆ ਜਿਹੜੇ
इस पक्ष की जानकारी रखते इन्होंने पता है कि पुतली का कुरनी का इन्ना की काम है। जिमें आ होल्डर चों लाइट बल्ब कढ़िया दूजा लगा लगा दिता, बस जीवित होना चाहिए अख तो वह समा होंदा उस समय कढ़ी दूजी अख फिट कर दी, देखना शुरू करता। पर की अख बदल गई कि नज़र बदल गई? नहीं, नज़र नहीं बदली, अख नहीं बदली, सतगुरु बदलते। की बदलते ने? ज्ञान तुहाडा, जानकारी तुहाडा, ध्यान बदल देणगे। ज्ञान तो ही कहेगा कि हाँ मनुख है, पर तुहाडा ध्यान बदल देणगे। सतगुरु मिले दिव्य दृष्ट होई, सतगुरु तुहाडी दृष्टि नूं दिव्य कर देणगे। दिव्य का मतलब हुंदा गहरा, जो असलीयत नूं देखना शुरू कर देवे, जो रूप तो अगे चली जाए। जिवें अजकल आपां देखदे ना लेज़र लाइट बाहरले रूप तो अगे अंदर तक दे साडे एक्सरे करके दिखा देंदी है। इसे वे ही जो दिव्य दृष्टि है साडे अंदर दा एक्सरे कर देंदी है। गुरमुखां कोल हुंदी दृष्टि, वो देखते ने मनुख दे मन विच की चलदा पिया है, वो सुना देंदे ने भाई तेरे मन विच की है। कदे कदे गुरमुखां संगतां जिहड़े बैठे विचरे वडेरे नूं पता है, साधु गुरमुख ऐसे ऐसे मिल जाते हैं। मनुख जे दरवाजे ते आउंदा है, आके फतेह बुला के कोल नहीं बैठदा, ਉਹਦੇ अंदर की सारी गल दस देंदे, भाई की सोच के आया, तेरे मन विच की है। हुण की उन्हां मन विच देख लिया? हाँ उन्हां देख लिया। असीं कहने गुरमुखां नूं चानण है। सतगुरु मिलते ने, साडी दृष्टि बदल देंदे ने, दिव्य कर देंदे ने। दरअसल साडा ध्यान गहरा कर देंदे ने, सानू समझा देंदे ने कि आ जो रूप तू देखे आए, आ जो संसार तू देखे आए, ये करता पुरख तो बिना नहीं है। अगे जाके कुहर बचन पढ़ांगे, तिलंग राग विच आपने बचन पढ़िया होना। जो कुछ भी दिस रहा है, की दिस रहा है? महाराज फिर कह लगे परमात्मा का रूप ही दिस रहा है। जो दिसा है सो तेरा रूप। जो कुछ भी दिस रहा है परमात्मा का रूप ही तो दिस रहा है। पर मजबूरी साड़ी कि रूप परमात्मा का पर असीं भी नहीं मन पाए। साढ़े को गुरबाणी च अगे एक साखी है, अपने पढ़िया होना, पाठ करने वाले जानते होंगे। बाबा कबीर साहब जी दे। वैसे तो भगत नामदेव जी के नां ते बड़ियां गाथावां ने। जे वो गाथावां समझ आ जाण ते अज भी समझ आ सकता है, अज भी रब दे दीदार हो सकते हैं। क्योंकि रब जी किते गए थोड़ा ने, उत्ते सत्त ने ना। तो जे सत्त ने तो प्रगट होणगे। जिथे सत्त लै जावांगे, जदों असीं हिरदे सत्त के मुकाम ते पहुंचांगे, परमात्मा प्रगट हो जाएगा। पाठ करदिआं ने एक साखी पढ़ी होनी, गुरबाणी विच हैगी है। बाबा कबीर साहब जी अपने ड्योढ़ी विच आराम दे नाल अद्धी रात नूं विश्राम ते ने, ते भगत जन वडेरी उम्र च आके कदे सौ गए, कदे जाग पे। मनुख इदां ही करदा ना, झपकी लग गई, फिर उठ के बैठ गए। को खासकर भगतां नाल जिन्हां संगत कीती उन्होंने पता है कि जदों दुनिया सौ जाती है तो भगत उदों थोड़ी जी नींद एक झपकी लैके उठ के बह जाते हैं। तो जदों दुनिया फिर उठती उदों फिर असीं फिर देखते लै बाबा जी तो फिर सुते पे ने। पर सानू ये नहीं पता लगता भी जदों असीं सुते पे सां, बाबा जी उदों उठ के बैठे सन। अक्सर ऐसा हुंदा है। अद्धी रात है, सारा संसार सुता होएगा, पर बाबा अपनी प्यार प्रभु के प्यार च उठ के बैठे ने। देखिया गली चो दरवाज़ा खुला है, कि कोई जी अंदर आ गया। वो रवां रवी अंदर आ गए ने। अंदर आके देखिया इन्हां दी चक्की है, जिथे घर दे जी आटा पींदे ने। उन्हें चक्की चों आटा खाना शुरू कर दिता है। इस नूं देखते रहे ने। उहदा दर्शन असीं देखांगे ना कि अद्धी कुछ रात नूं गली चों कोई अंदर आउंदा है ते आके चक्की चों आटा खा जांदा है, ते चक्की दा आटा खा के जिस पूणे दे नाल चक्की झाड़ी पोछी जाती है, वो पूणा भी लैके तुर पैंदा ते सानू समझ आ जाती है आने वाला जी किहड़ा होना है, पशु होना कोई भाई। तो शायद साडी दृष्टि पहला ज्ञान है कुकर होना पे गली का, जिहड़ा आया चक्की चट गया, तो चक्की चट के पूणा भी मूँह चुक के ले तुरया। पर पूणा चुक के तुरदा तो छिक्के च कोई सामान खाण का टंगे है। क्योंकि उदों लोग हवा हारे इदां रखते सी भी राती जो दाल सब्जी को बच गई, कोई छिक्के च पा के छिक्कू च पा के टंग देनी पई, हवा हारे रहेगी, सवेरे फिर वरती जा सकती। हुण उन्हें छत वल मूँह कर लिया तो देखण लग पे। भगत जी उन्हां गल्लां करन लग पे ने। बड़ा प्यारा बचना पाठ करने वाले अपने सुर है कि जैसी तेरी चाल। भाई तुहाडी चाल बड़ी सोहनी है,
ਸੁਰ ਹੈ। ਸੁਰ ਹੈ ਕਹਿੰਦੇ ਨੇ, ਸੁਰ ਵੀ ਹਿੰਦੀ ਦੇ ਸ਼ਬਦ ਹੈ ਜਿਹਨੂੰ ਪੰਜਾਬੀ 'ਚ ਆਪਾਂ ਗਾਂ ਕਹਿੰਦੇ ਹਾਂ। ਵੀ ਤੁਹਾਡੀ ਚਾਲ ਤਾਂ ਗਾਂ ਵਰਗੀ ਹੈ, ਯਾਨੀ ਕਿ ਗਾਂ ਨਹੀਂ ਹੈ ਉਹ, ਪਰ ਤੁਹਾਡੀ ਚਾਲ ਗਾਂ ਵਰਗੀ, ਬੜੀ ਮਿੱਠੀ ਚਾਲ ਹੈ। ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। ਤੁਹਾਡੇ ਪੂਛ 'ਤੇ ਵਾਲ ਵੀ ਬੜੇ ਚੰਗੇ ਨੇ। ਚਾਕੀ ਚਾਟਾ ਹੈ ਤੋ ਚੱਕੀ ਚੱਟ ਲਈ। ਚੂਨ ਖਾ ਹੈ, ਸਾਡਾ ਆਟਾ ਵੀ ਖਾ ਲਿਆ, ਚੰਗਾ ਹੈ। ਚਾਕੀ ਚੱਟ ਹੈ ਚੂਨ ਖਾ ਹੈ, ਚਾਕੀ ਕੋ ਚੀਥੜਾ ਕਹਾਂ ਲੈ ਜਾ ਹੈ। ਭਾਈ ਆ ਜੋ ਚੀਥੜਾ ਸਾਡਾ ਪੁਰਾਣਾ ਕੱਪੜਾ ਸੀ, ਇਹ ਲੈ ਕੇ ਕਿੱਥੇ ਚੱਲੇ ਹੋ? ਫਿਰ ਉਹਨਾਂ ਨੇ ਛੱਤ ਵੱਲ ਦੇਖ ਲਿਆ, ਕਹਿਣ ਲੱਗੇ ਉੱਪਰ ਸ਼ੀਕੇ ਉੱਪਰ ਤੇਰੀ ਬਹੁਤ ਢੀਠ, ਵੀ ਛਿੱਕਾ ਕਿਉਂ ਦੇਖਦੇ ਹੋ, ਬੜੀ ਨਜ਼ਰ ਤਿੱਖੀ ਤੁਹਾਡੀ। ਕਹਿਣ ਲੱਗੇ ਫਿਰ ਅੱਗੇ ਨਾ ਜਾਇਓ, ਇਹ ਛਿੱਕੇ ਨੂੰ ਨਮਕ ਛੇੜਿਓ, ਸੋਟੀ ਪੈ ਜਾਏਗੀ, ਕੋਈ ਹੋਰ ਉੱਠੇਗਾ ਸੋਟੀ ਮਾਰੇਗਾ। ਫਿਰ ਕਿ ਦੋ ਪਲ ਰੁਕ ਕੇ ਕਹਿਣ ਲੱਗੇ ਅੱਛਾ ਕੋਈ ਗੱਲ ਨਹੀਂ, ਇਸ ਘਰ ਮੈਂ ਜੋ ਹੈ ਸੋ ਢੂੰਡ ਖਾ ਹੈ। ਸਾਡੇ ਇਸ ਘਰ 'ਚੋਂ ਜੋ ਤੁਹਾਨੂੰ ਮਿਲਦਾ ਢੂੰਡ ਕੇ ਲੱਭ ਕੇ ਖਾ ਲਓ। ਔਰ ਕਿਸੇ ਕੇ ਮਤ ਹੀ ਜਾ ਹੈ, ਹੋਰ ਕਿਸੇ ਦੇ ਘਰ ਮਤ ਜਾਇਓ, ਕਿਸੇ ਨਹੀਂ ਪਛਾਣਨਾ, ਸੋਟੀਆਂ ਮਾਰਨੀਆਂ ਲੋਕਾਂ ਨੇ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾ ਹੈ, ਔਰ ਕਿਸੇ ਕੇ ਮਤ ਹੀ ਜਾ ਹੈ। ਤੇ ਸਾਰੀ ਕਹਾਣੀ ਪੜ੍ਹ ਕੇ ਲੱਗਦਾ ਵੀ ਕੋਈ ਬਾਹਰੋਂ ਕੂਕਰ ਆਇਆ, ਬੇਸ਼ੱਕ ਕੂਕਰ ਹੀ ਆਇਆ ਹੈ, ਪਰ ਦ੍ਰਿਸ਼ਟੀ ਵਿੱਚ ਭਗਤ ਤੇ ਭਗਵਾਨ ਹੈ। ਜਦੋਂ ਦ੍ਰਿਸ਼ਟੀ ਵਿੱਚ ਭਗਵਾਨ ਹੈ ਤੇ ਬਾਹਰ ਕੁਛ ਵੀ ਹੋਵੇਗਾ ਭਗਵਾਨ ਹੀ ਨਜ਼ਰ ਆਏਗਾ। ਔਰ ਇਹ ਅਤਿਅੰਤ ਖੁਸ਼ੀ, ਅਤਿਅੰਤ ਪ੍ਰੇਮ, ਅਤਿਅੰਤ ਗਮ ਦੇ ਵਿੱਚ ਇਹ ਅਵਸਥਾ ਬਣਦੀਆਂ ਨੇ। ਸਾਹਮਣੇ ਕੋਈ ਆ ਜਾਏ, ਕੁਛ ਵੀ ਹੋ ਜਾਏ, ਤੁਹਾਨੂੰ ਆਪਣਾ ਪਿਆਰਾ ਹੀ ਨਜ਼ਰ ਆਏਗਾ। ਇਹੀ ਕਹਿੰਦੇ ਨੇ ਮਹਾਰਾਜ ਸੇਖੜੀਆਂ ਬਿਆਨ, ਉਹ ਅੱਖਾਂ ਬਦਲ ਗਈਆਂ ਨੇ, ਭਾਵ ਧਿਆਨ ਬਦਲ ਗਿਆ ਹੈ। ਧਿਆਨ ਦੇ ਵਿੱਚ ਤੁਹਾਡਾ ਪਿਆਰਾ ਆ ਗਿਆ ਤਾਂ ਆਪਾਂ ਕਦੇ ਕਦੇ ਕਹਿੰਦੇ ਮੈਨੂੰ ਭੁਲੇਖਾ ਪੈ ਗਿਆ। ਅਸੀਂ ਆਪਣੇ ਕਿਸੇ ਧੀ ਪੁੱਤਰ ਪਿਆਰੇ ਦਾ ਨਾਂ ਲੈ ਕੇ ਦੂਜੇ ਨੂੰ ਬੁਲਾ ਬੈਠਦੇ ਹਾਂ, ਅਗਲਾ ਬੋਲਦਾ ਫਿਰ ਕਹਿੰਦੇ ਨਹੀਂ ਸੌਰੀ ਭੁਲੇਖਾ ਪੈ ਗਿਆ ਸੀ। ਕਿਉਂ ਭੁਲੇਖਾ ਪਿਆ? ਕਿਉਂਕਿ ਸਾਡੇ ਧਿਆਨ ਵਿੱਚ ਸਾਡਾ ਪਿਆਰਾ ਬੱਚਾ ਟਿਕਿਆ ਹੋਇਆ। ਉਹ ਬੱਚਾ ਕਿਸੇ ਹੋਰ ਦਾ ਲੰਘ ਰਿਹਾ, ਪਰ ਅਸੀਂ ਆਵਾਜ਼ ਦੇ ਬੈਠੇ, ਬੁਲਾ ਬੈਠੇ। ਕਈ ਤੇ ਦੇਖਿਆ ਕਿਸੇ ਹੋਰ ਦੇ ਬੱਚੋਂ ਲਾਡ ਪਿਆਰ ਕਰਦੇ ਕਿ ਨਹੀਂ ਮੈਨੂੰ ਇਹਦੇ 'ਚ ਨਾ ਆਪਣਾ ਨਜ਼ਰ ਆਉਂਦਾ। ਬੱਚਾ ਕਿਸੇ ਦੇ ਗਿਆਨ ਵੀ ਕਹਿੰਦੇ ਕਿ ਭਾਈ ਉਪਰਾ ਹੀ ਹੈ, ਪਰ ਕਹਿੰਦੇ ਨਹੀਂ ਮੈਨੂੰ ਇਹਦੇ 'ਚੋਂ ਆਪਣਾ ਨਜ਼ਰ ਆਉਂਦਾ ਹੈ, ਇਸ ਕਰਕੇ ਮੈਂ ਪਿਆਰ ਕਰਦਾ। ਜੋ ਧਿਆਨ ਵਿੱਚ ਟਿਕ ਗਿਆ ਹੈ ਉਹ ਬਾਹਰ ਦਰਸ਼ਨ ਹੋ ਸਕਦਾ ਹੈ। ਭਗਤਾਂ ਦੇ ਦਰਸ਼ਨ ਸਾਖੀ ਇਸ ਕਰਕੇ ਪ੍ਰਸਿੱਧ ਨੇ ਕਿ ਭਗਤਾਂ ਨੇ ਲੰਬੇ ਅਭਿਆਸ ਕਰਕੇ ਆਪਣੇ ਇਸ਼ਟ ਦੇ ਉਸ ਸਰੂਪ ਨੂੰ ਆਪਣੇ ਧਿਆਨ ਵਿੱਚ ਟਿਕਾ ਲਿਆ ਹੁੰਦਾ ਹੈ। ਅਤੇ ਜਦੋਂ ਪੂਰਨ ਤੌਰ 'ਤੇ ਧਿਆਨ 'ਚ ਟਿਕ ਜਾਂਦਾ ਹੈ ਅਤੇ ਚਿੱਤ ਸੱਤ 'ਤੇ ਪਹੁੰਚ ਜਾਂਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਅੱਜ ਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਆਪਣੇ ਗੁਰਦੇਵ ਦੇ ਕਿਹੜੇ ਸਰੂਪ ਨੂੰ ਧਿਆਨ 'ਚ ਟਿਕਾਈਏ। ਸਾਡੇ ਕੋਲ ਧਿਆਨ ਉਹ ਨਹੀਂ, ਕਿਉਂਕਿ ਸਾਨੂੰ ਦੱਸਿਆ ਹੀ ਨਹੀਂ ਵੀ ਕੰਧ ਚਿੱਤਰ 'ਤੇ ਆਪਾਂ ਦੇਖਣਾ ਕੋਈ ਨਹੀਂ। ਅੱਜ ਉਹ ਤਸਵੀਰਾਂ ਨੇ ਅਤੇ ਆਪਾਂ ਮੰਨਦੇ ਨਹੀਂ, ਇਹ ਹੈ ਵੀ ਨਹੀਂ ਕਿਉਂਕਿ ਇਹ ਨਕਲੀ ਬਣਾਈਆਂ ਨੇ। ਫਿਰ ਅਸੀਂ ਧਿਆਨ 'ਚ ਕੀ ਟਿਕਾਈਏ? ਮਹਾਰਾਜ ਕਹਿੰਦੇ ਕਿ ਟਿਕਾਓ ਅਕਾਲ ਮੂਰਤ ਅਜੂਨੀ ਸੰਭਵ ਹੈ ਠਾਹਰ ਨੀਕੀ ਧਿਆਨ ਕਹੋ। ਧਿਆਨ ਟਿਕਾਣਾ ਤੇ ਕਰਤਾ ਪੁਰਖ ਦਾ ਅਕਾਲ ਮੂਰਤ ਦਾ ਸਰੂਪ ਟਿਕਾ। ਤੇ ਜੋ ਧਿਆਨ 'ਚ ਇਹ ਸਰੂਪ ਟਿਕ ਜਾਏਗਾ ਵੀ ਕਰਤਾ ਪੁਰਖ ਹੈ, ਪਰ ਉਹ ਇਹਨਾਂ ਰੂਪਾਂ ਵਰਗਾ ਨਹੀਂ ਜੋ ਮੈਂ ਰੂਪ ਦੇਖ ਰਿਹਾ, ਉਹ ਇਹਦਾ ਰੂਪ ਤੋਂ ਵੱਖਰਾ ਹੈ। ਫਿਰ ਸ਼ਾਇਦ ਸਾਨੂੰ ਕੋਈ ਅਨੁਭਵ ਆਪਣਾ ਹੋਏਗਾ। ਸ਼ਾਇਦ ਅਭਿਆਸੀਆਂ ਵਾਸਤੇ ਇੱਕ ਮਾਰਗ ਹੈ, ਜੇ ਅਭਿਆਸ ਕੋਈ ਕਰੇ ਤਾਂ। ਇਸੇ ਰਾਗ ਵਡਹੰਸ ਵਿੱਚ ਪਿੱਛੇ ਜ਼ਿਕਰ ਕੀਤਾ ਸੀ, ਸੁਨਾ ਨੱਕ ਜਨ ਲੰਬੜੇ ਵਾਲਾ। ਇਸ ਸ਼ਬਦ ਨੂੰ ਕਿਤੇ, ਹਾਲਾਂਕਿ ਅਸੀਂ ਇੱਥੇ ਪਹੁੰਚ ਹੀ ਨਹੀਂ ਪਾ ਰਹੇ ਕਿ ਗਹਿਰਾਈ ਵਿੱਚ ਇਸ ਸ਼ਬਦ ਨੂੰ ਪਕੜ ਸਕੀਏ। ਧਿਆਨ ਵਿੱਚ ਬੈਠੇ ਹੋਈਏ ਕਿਤੇ ਆਨੰਦ ਵਿੱਚ, ਅਭਿਆਸੀਆਂ ਦੇ ਦ੍ਰਿਸ਼ਟੀਕੋਣ ਤੋਂ ਕਹਿ ਸਕਾਂ ਕਿਤੇ ਅੱਧੀ ਰਾਤ ਦਾ ਵਕਤ ਹੋਵੇ, ਸਾਰਾ ਪਰਿਵਾਰ ਘਰ ਸੁੱਤਾ ਪਿਆ, ਤੁਸੀਂ ਉੱਠ ਕੇ ਬੈਠੇ ਹੋ, ਤੁਹਾਡੇ ਨੇਤਰ ਅੱਧ ਖੁੱਲੇ ਬੰਦ ਨੇ, ਆਲੇ ਦੁਆਲੇ ਭਾਵੇਂ ਘੁੱਪ ਹਨੇਰਾ ਕਿਉਂ ਨਾ ਹੋਵੇ, ਤੁਹਾਡੇ ਮਨ 'ਚ ਚੇਤਾ ਆ ਗਿਆ ਹੈ ਪ੍ਰਭੂ ਤੇਰਾ ਰੂਪ ਕੈਸਾ ਹੈ, ਹੇ ਸੱਚੇ ਪਾਤਸ਼ਾਹ ਮੇਰੇ ਵਾਹਿਗੁਰੂ ਤੁਹਾਡਾ ਰੂਪ ਕੈਸਾ ਹੈ। ਫਿਰ ਗਿਆਨ ਕਹੇਗਾ ਕਿ ਭਾਈ ਉਹਦਾ ਤੇ ਰੂਪ ਦੇਖਿਆ ਨਹੀਂ ਜਾ ਸਕਦਾ, ਪਰ ਕਹੇ ਨਹੀਂ ਜੇ ਦਰਸ਼ਨ ਦੀ ਗੱਲ ਹੈ ਤੇ ਤੇਰਾ ਰੂਪ ਵੀ ਕੋਈ ਤੇ ਹੈ ਨਾ। ਫਿਰ ਅੰਦਰਲਾ ਕਹੇਗਾ ਦੇਖ ਗੁਰੂ ਨਾਨਕ ਬਾਬਾ ਜੀ ਨੇ ਇੱਕ ਰੂਪ ਦੇਖਿਆ, ਮਹਾਰਾਜ ਮੈਨੂੰ ਆਪਣਾ ਗੁਰੂ ਨਾਨਕ ਬਾਬਾ ਜੀ ਵਾਲਾ ਰੂਪ ਹੀ ਦਿਖਾ ਦਿਓ। ਅਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਫਿਰ
सोहना नक जे, लंबड़े वाल ने, सोने वर्गी झाल है उहदी, किते बह जाओ इस रूप नूं लैके। किते राग वडहंस विच पिछे कुछ दिन पहले ही आप शब्द की वाच विचार कर रहे सन, बड़ा सुंदर। तो जिथे भी एक बख्शिशां वरत रही होण, किते टिकीए ते सही। नेत्रां दे विच आ संसार देखदे आ, ज्ञान विच देखदे आ, जदों ध्यान विच ही आ जाएगा कि परमात्मा है, तो हर रूप उहदा परमात्मा दा हो जाएगा। शायद पिछे एक आपां दार्शनिक गाथा वाची सी कि एक बालक ने अंब खादा तो अंब ही अंब, अंब ही अंब नज़र आउंदा है। वो प्लेट विच पा के भी अंब खांदा तो हैरान हुंदा है। वो रुख देखदा तो हैरान हुंदा अंब है, पत्तियां नूं देखदा तो बाबा माली कहंदा ये भी अंब है। एक मुੱਢ टाण सुके देखदा तो माली कहंदा अंब है। बालन बालन वाला कहंदा तो अंब बलदा है। वो हैरान हो जाएगा बच्चा, प्लेट च खादे अंब, बाग विच अंब, बालन विच अंब, पत्ते च अंब, टाणियां च अंब, बाबा अंब ना हो गए तो जादू हो गया। फिर सियाणा बाबा कहेगा यही तो जादू है। ये सब मिला तद भी अंब है, तो कला कला भी अंब है। ये पत्ते भी अंब ने, टाणियां भी अंब ने, सुके सक भी अंब ने, बालन भी अंब है, रुख ते पक्का होया फल भी अंब है, तो तेरी प्लेट च पिया पीस मिठा वो भी अंब है। ये सब कुछ अंब ही अंब है। याद रखना, साडे च ज्ञानी भी परमात्मा है, ध्यानी भी परमात्मा है, संत भी परमात्मा है। जे असीं कह सकीए आसुसी सब परमात्मा है। ये सब परमात्मा दे अंग हाँ, परमात्मा दा अंश हाँ, परमात्मा दे अंग हाँ। साडे तो बिना परमात्मा नहीं, परमात्मा तो बिना असीं नहीं। वो तपोत है एक दूजे दे नाल। परमात्मा ने अपने प्रगटावे वास्ते सानू तुहानू प्रगट कीता है, ताकि साडे तुहाडे हर हिरदे चों वो प्रगट हो सके। जिवें हर पत्ते दे नाल एक संभावना हुंदी है कि इथों नवीं करुंबल फुट सकेगी। जिन्हां ने कदे भी किसी टाणी ते किसी पत्ते नूं देखना, उस टाणी ते पत्ते दे जोड़ दे नाल, जिन्हों असीं पुराने पंजाबी दे अख कह देने आ, वो एक करुंबल फुटण दी संभावना बरकरार होंदी है। इथों एक नवीं करुंबल, नवीं टाणी फुट सकदी, नवीं दुनिया बन सकदी है, एक नवां संसार रचिया जा सकदा है। उत्थों कोई नवीं करुंबल फुटे ते भावें ना फुटे, ये समा कहेगा, पर जे फुट गई तो नवा संसार बन जाएगा। इस तरह असीं हर एक पत्ता हाँ, तो साडा हिरदा हर मनुख का वो करुंबल फुटन वाली अख है। इत्थों एक नवीं करुंबल फुट सकती है, एक नवीं दुनिया रची जा सकती है, एक नवा संसार परमात्मा का बनता है। संसार रचना धियां पुत्रां करके तो बन ही रहा ना, हिरदे च भी बन सकता है। संभावना साडे नाल शायद इसे करके महाराज ने एक वचन करता है, ये सच्चे पातशाह तू एक बहुत बड़ा रुख है, तो रुख दी ने व्यापक है। आसी आ जितने भी पत्त पत्ते हाँ, खेड़े हाँ, समय दे नाल पीले हो के झड़ जाना। संभवता साडे झड़न दे नाल, झड़न तो बाद विच भी उत्थों एक नवीं अख, नवीं करुंबल फुट सकती है। कहन लगे भाई इसे करके कह सकीदा परमात्मा दे दीदार इन्हां बाहरलियां अखां नाल नहीं हुंदे। परमात्मा दे दीदार ज्ञान दीयां अखां नाल हुंदे ने, प्रेम दीयां अखां नाल हुंदे ने। जिन्होंने नानक सतगुरु दार्शनिक तरीके नाल कहता, नानक से अखड़ियां बयान जिन्हें डिसंदो महापिरी, वो अखां होर ने भाई, वो ध्यान दीयां अखां ने। कैसियां अखां ने? महाराज ने आप जपता भाई, जे प्रभु दे दर्शन करने, प्रभु का स्पर्श लेना, तो थोड़ा जा अगे चल। भै के चरण कर भाव के लोएण सुरत करे। जे तू परमात्मा दे अपने गुरु वाल जा रहा है, तो भै दे चरणा ना, आ हार्ड मास के चरणा ने चल के तो आप इत्थों तक आ गए हाँ, ये तो अगे चलीए ना। ये तो अगे भै के चरण कर, हथ कहंदे ने कर नूं, कर भाव के, हथ तेरे प्रेम दे होवण, अदब दे तेरे कदम होवण, प्रेम दे तेरे हथ होवण, ते फिर लोएण अखां कैसियां होवण, सुरत करे। नानक कह सियाणीए इयों कंत मिलावा होए। इवें तेरे प्रभु दे दीदार हो जाणगे। कहण लगे ते जिन्हां ने इदां देखिया, जिन्होंने ये भै के चरण प्राप्त हो गए, जिन्हां दे सुरत दे नेत्र खुल गए, कहण लगे जिनी हर प्रभ डीठा तिन कुरबाने राम। मैं कुर्बान जावां, बलिहार जावां उन्हां प्यारियां तो जिन्हां दे भै दे नेत्र, जिन्हां दे सुरत दे नेत्र खुल गए, जिन्हां ने बेअन नेत्र प्राप्त कर लए ते परमात्मा दीदार कर ले।
ਫਿਰ ਸਾਰਾ ਸੰਸਾਰ ਦੇਖਿਆ। ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਪੜ੍ਹੀਦਾ ਨਾ, ਤੇ ਨੰਦ ਲਾਲ ਸਾਹਿਬ ਜੀ ਕਹਿੰਦੇ ਤੇਰੇ ਅੰਦਰ ਅਕਲ ਥੋੜ੍ਹੀ ਜਿਹੀ ਸਿਆਣਪ ਹੈ, ਤੇ ਤੇਰੀਆਂ ਅੱਖਾਂ 'ਚ ਦੇਖਣ ਦੀ ਤਾਬ ਹੈ, ਤੇ ਫਿਰ ਦੇਖ ਹਰ ਤਰਫ ਦੀਦਾਰ ਅਸਤ, ਹਰ ਤਰਫ ਉਹਦਾ ਦੀਦਾਰ ਹੈ, ਹਰ ਸਰੂਪ ਹਰ ਝਲਕ ਉਹਦੀ ਆਪਣੀ ਹੈ। ਕਹਿਣ ਲੱਗੇ ਉਹਨੂੰ ਕੁਰਬਾਨ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਤੇਰੇ ਇਸ ਦਰਸ਼ਨ ਨੂੰ, ਤੇਰੇ ਇਸ ਵਿਰਾਟ ਦਰਸ਼ਨ ਨੂੰ, ਤੇਰੇ ਆਨੰਦ ਦੇ ਦਰਸ਼ਨ ਨੂੰ ਦੇਖੇ। ਉਹਨਾਂ ਦੇ ਬਾਬਤ ਕੀ ਕਹੋਗੇ ਜੀ? ਕਹਿਣ ਲੱਗੇ ਸੇ ਸਾਚੀ ਦਰਗਹਿ ਭਾਣੇ ਰਾਮ, ਉਹ ਸੱਚੀ ਦਰਗਾਹ ਚੰਗੇ ਲੱਗਦੇ ਨੇ, ਪ੍ਰਭੂ ਜੀ ਨੂੰ ਭਾ ਜਾਂਦੇ ਨੇ, ਜੋ ਪ੍ਰਭ ਦਾ ਦੀਦਾਰ ਇਸ ਪਸਰੇ ਹੋਏ ਪਦਾਰਥਾਂ ਵਿੱਚ ਕਰ ਲੈਂਦੇ ਨੇ। ਠਾਕੁਰ ਮਾਨੇ ਸੇ ਪ੍ਰਧਾਨੇ, ਜਿਹੜੇ ਠਾਕੁਰ ਜੀ ਨੂੰ ਮੰਨ ਲੈਂਦੇ ਨੇ, ਕਿਉਂਕਿ ਦੀਦਾਰ ਮੰਨਣ 'ਤੇ ਹੀ ਹੁੰਦੇ ਨੇ। ਅਸੀਂ ਤੁਸੀਂ ਜਿੰਨਾ ਚਿਰ ਇੱਕ ਦੂਜੇ ਨੂੰ ਮੰਨਦੇ ਹੀ ਨਹੀਂ, ਉਹਨਾਂ ਚਿਰ ਕੀ ਵੇਖੋਗੇ? ਉਹਨਾਂ ਚਿਰ ਹੱਡ ਮਾਸ ਦਾ ਬੰਦਾ ਦਿਸਦਾ ਹੈ, ਪਰ ਜਦੋਂ ਮੰਨ ਲੈਨੇ ਤੁਸੀਂ ਮੇਰੇ ਭਰਾ ਮਿੱਤਰ ਹੋ, ਫਿਰ ਭਰਾ ਮਿੱਤਰ ਦਿਸਣ ਲੱਗ ਪੈਂਦੇ। ਮੰਨ ਲੈਨੇ ਤੁਸੀਂ ਦੁਸ਼ਮਣ ਹੋ, ਸਾਨੂੰ ਦੁਸ਼ਮਣ ਦਿਸਣ ਲੱਗ ਪੈਂਦਾ। ਜਿਨ੍ਹਾਂ ਨੂੰ ਠਾਕੁਰ ਜੀ ਨੇ ਬਖਸ਼ਿਸ਼ ਕਰਤੀ, ਠਾਕੁਰ ਜੀ ਨੇ ਵਾਹਿਗੁਰੂ ਜੀ ਦਰ 'ਤੇ ਮਾਣ ਮਿਲ ਗਿਆ, ਠਾਕੁਰ ਮਾਨੇ ਸੇ ਪ੍ਰਧਾਨੇ, ਉਹੀ ਸੰਸਾਰ 'ਚ ਸ਼੍ਰੇਸ਼ਟ ਨੇ। ਇੱਥੇ ਪ੍ਰਧਾਨੇ ਦਾ ਮਤਲਬ ਸ਼੍ਰੇਸ਼ਟ, ਤੇ ਸਾਡੀ ਦ੍ਰਿਸ਼ਟੀ ਸ਼੍ਰੇਸ਼ਟ ਕੌਣ ਹੈ? ਗੁਰਮੁਖ ਹੀ ਸਭ ਤੋਂ ਸ਼੍ਰੇਸ਼ਟ ਹੈ, ਭਗਤ ਸੰਤ ਹੀ ਸਭ ਤੋਂ ਸ਼੍ਰੇਸ਼ਟ ਹੈ, ਜਿਹੜੇ ਪ੍ਰਭੂ ਦੀ ਦਰਗਾਹ 'ਚ ਪ੍ਰਧਾਨ ਹੋ ਗਏ, ਜਿਹਨੂੰ ਅਸੀਂ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਣ ਕਹਿ ਦੇਨੇ ਆ। ਜਿਨ੍ਹਾਂ ਨੂੰ ਦਰਗਾਹ 'ਚ ਮਾਣ ਮਿਲਿਆ ਉਹਨਾਂ ਦੀ ਗੱਲ ਕਰਦੇ। ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗਰਾਤੇ, ਕਿਉਂਕਿ ਉਹ ਪ੍ਰਭੂ ਜੀ ਦੇ, ਵਾਹਿਗੁਰੂ ਜੀ ਦੇ ਰੰਗ 'ਚ ਰੰਗੇ ਹੋਏ ਨੇ। ਹਰ ਰਸੈ ਆਘਾਏ, ਉਹ ਪਰਮੇਸ਼ਰ ਜੀ ਦੇ ਰਸ ਨਾਲ ਰੱਜੇ ਹੋਏ ਨੇ, ਤ੍ਰਿਪਤ ਹੋਏ ਨੇ। ਉਹ ਪਰਮੇਸ਼ਰ ਜੀ ਦੇ ਨਾਮ ਦੇ ਸਦਕੇ ਤ੍ਰਿਪਤ ਨੇ, ਤ੍ਰਿਪਤ ਹੋ ਕੇ ਨੇ। ਅਸੀਂ ਪੜ੍ਹਦੇ ਨਾ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਹਰ ਰਸੈ ਆਘਾਏ ਸਹਿਜ ਸਮਾਏ, ਤੇ ਸਹਿਜ ਵਿੱਚ ਟਿਕੇ ਹੋਏ ਨੇ। ਘਟ ਘਟ ਰਮਈਆ ਜਾਤੇ, ਉਹ ਜਾਣਦੇ ਨੇ ਘਟ ਘਟ ਮੈਂ ਹਰ ਜੂ ਬਸੈ, ਪਛਾਣਦੇ ਨੇ ਹਰ ਹਿਰਦੇ ਵਿੱਚ ਰਾਮ ਹੈ। ਉਹ ਜਤ ਦੇਖਾਂ ਤਤ ਤੂੰ, ਜਾਣਦੇ ਨੇ ਜਾਤੇ, ਉਹਨਾਂ ਪਹਿਚਾਨ ਲਿਆ ਹਰ ਹਿਰਦੇ 'ਚ ਪ੍ਰਮਾਤਮਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਜਾਣਦੇ ਨੇ। ਸਹੀ ਸੱਜਣ ਸੰਤ, ਉਹੀ ਅਸਲੀ ਸੱਜਣ ਨੇ ਸਾਡੇ, ਉਹੀ ਅਸਲੀ ਸੰਤ ਨੇ, ਜਿਹੜੇ ਪ੍ਰਮਾਤਮਾ ਨੂੰ ਹਰ ਹਿਰਦੇ 'ਚੋਂ ਪਹਿਚਾਣਦੇ ਨੇ, ਜਿਹਨੂੰ ਪਤਾ ਹੈ ਕਿ ਹਿਰਦੇ 'ਚ ਸੰਭਾਵਨਾ ਹੈ ਕਿ ਜੋ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ। ਸੇ ਸੁਖੀ ਹੈ, ਤੇ ਸੁਖੀ ਵੀ ਉਹੀ ਹੀ ਨੇ। ਅਸੀਂ ਤੁਸੀਂ ਦੁਖੀ ਇਸੇ ਕਰਕੇ ਆ ਕਿਉਂਕਿ ਅਸੀਂ ਜਾਣ ਹੀ ਨਹੀਂ ਪਾਏ ਕਿ ਪ੍ਰਮਾਤਮਾ ਹੈ। ਅਸੀਂ ਤਾਂ ਕੁਛ ਹੋਰ ਹੀ ਕਹਿੰਦੇ ਰਹਿ ਗਏ, ਅਸੀਂ ਤਾਂ ਮਾਇਆ ਦੀ ਵਿਆਖਿਆ ਹੀ ਕਰਦੇ ਰਹਿ ਗਏ, ਅਤੇ ਮਾਇਆ ਦੇ ਝਮੇਲਿਆਂ ਝੁਲਝੇ ਰਹਿ ਗਏ। ਇਸੇ ਕਰਕੇ ਅਸੀਂ ਸੁਖੀ ਨਹੀਂ ਹੋ ਪਾਏ। ਮਹਾਰਾਜ ਕਿ ਸਹੀ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ, ਕਿਉਂਕਿ ਉਹ ਠਾਕੁਰ ਨੂੰ ਚੰਗੇ ਲੱਗਦੇ ਨੇ, ਅਤੇ ਠਾਕੁਰ ਉਹਨਾਂ ਨੂੰ ਚੰਗਾ ਲੱਗਦਾ ਹੈ। ਕਹੋ ਨਾਨਕ ਜਿਨ ਹਰ ਪ੍ਰਭ ਡੀਠਾ। ਬੜੇ ਪਿਆਰ ਨਾਲ ਕਿ ਭਾਈ ਕਹਿ ਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਦੀਦਾਰ ਕਰ ਲਏ, ਵਾਹਿਗੁਰੂ ਦੇ ਦਰਸ਼ਨ ਕਰ ਲਏ, ਤਿੰਨ ਕੈ ਸਦ ਕੁਰਬਾਣੇ। ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ। ਅਸੀਂ ਤਾਂ ਰੋਜ਼ ਇਹੀ ਮੰਗ ਕਰਦੇ, ਮਹਾਰਾਜ ਸਾਨੂੰ ਵੀ ਦਰਸ਼ਨ ਦੇ ਦਿਓ, ਅਸੀਂ ਵੀ ਤੁਹਾਡੇ ਦੀਦਾਰ ਕਰਨਾ ਚਾਹੁੰਦੇ ਹਾਂ। ਅਤੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਉਹ ਕੰਧ ਚਿੱਤਰ ਵਾਂਗ ਨਹੀਂ, ਉੱਤੇ ਸਾਰੇ ਬ੍ਰਹਮੰਡ 'ਚ ਰੋਮ ਰੋਮ 'ਚ ਜ਼ਰਰੇ ਜ਼ਰਰੇ 'ਚ ਪਸਰੇ ਪਏ ਨੇ। ਬਸ ਜਰਾ ਗਿਆਨ ਦੇ ਨੇਤਰ ਖੋਲ੍ਹ ਅਤੇ ਧਿਆਨ ਦੇ ਨਾਲ ਦੇਖ। ਠਾਕੁਰ ਵਾਹਿਗੁਰੂ ਜੀ ਕਿਤੇ ਗਏ ਨੇ, ਫਿਰ ਪਤਾ ਲੱਗਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤੇ ਸਦਾ ਹੀ ਅੰਗ ਸੰਗ ਨੇ। ਬਸ ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹਨੂੰ ਸਿਮਰਨ ਹੀ ਕਰਨਾ ਹੈ, ਚੇਤੇ ਕਰ ਲਿਆ ਅਤੇ ਜੁੜ ਗਏ, ਭੁੱਲ ਗਿਆ ਅਤੇ ਵਿਛੜ ਗਏ। ਗੁਰਦੇਵ ਕਿਰਪਾ ਕਰਨ ਅਸੀਂ ਉਹਦੇ ਦਰਸ਼ਨ ਕਰ ਸਕੀਏ, ਸਾਡੇ ਨੇਤਰ ਵੀ ਕਿਤੇ ਪ੍ਰਵਾਨਗੀ ਨੂੰ ਪ੍ਰਾਪਤ ਕਰ ਸਕਣ। ਇਹ ਨੇਤਰ ਭਲੇ ਹੋ ਜਾਣ ਜੋ ਸੰਸਾਰ ਵਿੱਚ ਨਿਰੰਕਾਰ ਦੇ ਦੀਦਾਰ ਕਰ ਸਕਣ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ